एक अखर हर मन वस्त, एक अखर हर मन वस्त, नानक होत निहाल। गुरु प्यारी साध संगत जी, ज्ञान दे सागर ब्रह्मंड दे बादशाह, दसां पातशाहियां दी जोत श्री गुरु ग्रंथ साहिब जी महाराज, तिन्हां दी किरपा दे सदका गुरु दरबार दी हाजरी भर रही साध संगत जी, गुरबाणी दी विचार नूं आरंभ करिए। उस तो प्रथम प्यार अदब ते सत्कार सहित आखो जी, वाहिगुरु जी का खालसा, वाहिगुरु जी की फतेह। अज दा पावन हुक्मनामा साहिब श्री गुरु रामदास जी महाराज सच्चे पातशाह जी उन्हां द्वारा उच्चारण कीती हुई वार है, जिस दे विच एक श्लोक गुरु नानक साहिब जी दा, दूजा श्लोक गुरु रामदास जी दा ते एक पौड़ी है। गुरु महाराज इस शब्द अंदर फरमाउंदे हन कि दुनिया दे विच तरह तरह दे राग हन ते रागणियां ने। कुछ लोग इन्हां रागां राहीं परमात्मा दी वडियाई करते ने, कुछ लोग इन्हां रागां दा गलत इस्तेमाल करके इन्हां राहीं भद्दी शब्दावली वाले जिहड़े संगीत आ वो पैदा करते ने। इस करके साज एक भांडा है, बर्तन आ, इहदे विच कुछ भी पा के परोसिया जा सकदा। सोरठ राग बारे गुरु महाराज ने जिक्र किया है कि तदों ही सुहावनी है रागणी जे बंदे दा मन सच्चा होए। सोरठ सदा सुहावनी जे सच्चा मन होए, दंदी मैल न कत मन जीभे सच्चा सोए। गाए हुए राग उहदे सफल ने जिहदा मन सच्चा, जिहदे दंदां दे विच, जिहदियां दंत कथावां दे विच, जिहदे बचनां दे विच पराई मैल नहीं, किसे दी निंदिया नहीं, जीभे सच्चा सोए। जिहदी जुबान आ वो सच्ची आ, ते जिहड़ी जीव इस्त्री अपने सहुरे घर दे विच सुखी वसदी आ, गुरु नूं सेव के पर हर कपड़ जे फिर मिलै, खुशी रावे फिर संग, सदा सिगारी नाउ मन, कदे न मैल पतंग। जिन्हें गुणा का श्रृंगार किया होया, जिन्हें सबर दे, संतोख दे, दया दे, सहनशीलता वाले गहने पहने हुए ने, ऐसी आत्मा बड़ी सोहनी लगती आ। फिर उन्होंने देवर जेठ, दिओर दा, जेठ दा कोई डर नहीं रहिंदा, भाव कि विकारां दा डर नहीं रहिंदा। सस्सू का डर किस, ते जिहड़ी उहदी सस है जीव इस्त्री आत्मा दी माया रूपी सस, उहदा डर मुक जांदा। जे फिर भावे नानका कर्म मणि सब सच। इवें फिर उहदे जिहड़े कर्म ने, उहदे लेख ने, सब सच ही सच हो जाते हैं। जिहड़ा रागां राहीं या रागणियां राहीं
ਪ੍ਰਭੂ ਦੀ ਉਸਤਤ ਕਰਦਾ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਵਿਖ ਫੈਲ। ਗੁਰੂ ਦੇ ਗੁਣ ਗਾਉਂਦਿਆਂ ਬੰਦੇ ਦੇ ਮਨ ਦੀ ਮੈਲ ਉਤਰਨੀ ਸ਼ੁਰੂ ਹੋ ਜਾਂਦੀ ਹੈ। ਪਾਣੀ ਹੈ, ਪਾਣੀ ਤੋਂ ਵੀ ਜ਼ਿਆਦਾ ਪਹੁੰਚ ਹੈ ਬਾਣੀ ਦੀ ਮਨ ਦੇ ਤਲ ਤੇ, ਜਿਹਦੇ ਕਰਕੇ ਉਹ ਪਹੁੰਚ ਜਾਂਦੀ ਹੈ ਆਤਮਾ ਤੱਕ। ਇਸ਼ਨਾਨ ਹੋ ਜਾਂਦਾ ਆਤਮਾ ਦਾ। ਇਹ ਬਾਣੀ ਰੂਹ ਦੀ ਖੁਰਾਕ ਹੈ। ਜੇ ਰੂਹ ਨੂੰ ਨਾ ਦਿੱਤੀ ਜਾਵੇ ਖੁਰਾਕ, ਤਾਂ ਰੂਹ ਜਿਹੜੀ ਆ ਉਹ ਬਹੁਤ ਹੀ ਗਮਗੀਨ ਹੋ ਜਾਂਦੀ ਆ, ਉਖੜੀ ਉਖੜੀ ਹੋ ਜਾਂਦੀ ਆ, ਉਦਾਸ ਹੋ ਜਾਂਦੀ ਆ। ਸ਼ਲੋਕ ਮਹੱਲਾ ਪਹਿਲਾ। ਰਾਗ ਸੋਰਠ ਵਾਰ ਮਹੱਲੇ ਚੌਥੇ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਉਹਦਾ ਬੋਲ ਆ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਜਿਹਨੂੰ ਕਹਿੰਦੇ ਨੇ। ਤੇ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੇ ਦੁਆਰਾ ਹੀ ਐਸੇ ਵਾਹਿਗੁਰੂ ਨੂੰ ਪਾਇਆ ਜਾ ਸਕਦਾ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ ਪਰਮਾਰਥ ਦੀ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ ਸੱਚੇ ਮਾਰਗ ਦੀ। ਗੁਰੂ ਤੋਂ ਬਿਨਾਂ ਚਾਨਣ ਨਹੀਂ ਹੁੰਦਾ। ਭਾਵੇਂ 1 2 3 4 ਕਈ ਹਜ਼ਾਰ ਸੂਰਜ ਹੋਣ ਤਾਂ ਵੀ ਸਮੱਸਿਆ ਜਿਉਂ ਕੀ ਤਿਉਂ ਬਣੀ ਆ। ਗੁਰੂ ਹੀ ਆ ਜਿਹੜਾ ਬੰਦੇ ਦੇ ਮਨ ਦੇ ਹਨੇਰਿਆਂ ਨੂੰ ਦੂਰ ਕਰੇਗਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਕੁਆਰ ਕੰਨਿਆ ਮਿਲ ਖੇਲਤ ਅਨੇਕ ਸਖੀ, ਸ਼ਗਲ ਕੋ ਏਕੈ ਦਿਨ ਹੋਤ ਨਾ ਵਿਵਾਹ ਜੀ। ਜੈਸੇ ਵੀਰ ਖੇਤ ਬਿਖੈ ਜਾਤ ਹੈ ਸਪਟ ਜੇਤੇ, ਸਭੈ ਨਾ ਮਰਤ ਤੇਤੇ ਸ਼ਸਤਰਨ ਸਨਾ ਜੀ। ਕਹਿੰਦੇ ਜਿਵੇਂ ਕੁਆਰੀਆਂ ਕੰਨਿਆਵਾਂ ਹੁੰਦੀਆਂ ਨੇ, ਸਹੇਲੀਆਂ ਹੁੰਦੀਆਂ ਨੇ, ਮਿਲ ਖੇਲਤ ਅਨੇਕ ਸਖੀ, ਇਕੱਠੀਆਂ ਖੇਡਦੀਆਂ ਨੇ, ਇਕੱਠੀਆਂ ਹੀ ਪੜ੍ਹਦੀਆਂ ਨੇ, ਪਰ ਸ਼ਕਲ ਕੋ ਏਕੈ ਦਿਨ ਹੋਤ ਨਾ ਵਿਵਾਹ ਜੀ। ਔਰ ਉਹਨਾਂ ਦਾ ਇਕੱਠੀਆਂ ਦਾ ਇੱਕੋ ਦਿਨ ਸਾਹਾ ਨਹੀਂ ਹੁੰਦਾ, ਵਿਆਹ ਨਹੀਂ ਹੁੰਦਾ। ਜੈਸੇ ਵੀਰ ਖੇਤ ਬਿਖੈ ਜਾਤ ਹੈ ਸਬਟ ਜੇਤੇ, ਸਭੈ ਨਾ ਮਰਤ ਤੇਤੇ ਸ਼ਸਤਰ ਸਨਾ ਜੀ। ਜਿਵੇਂ ਯੁੱਧ ਦੇ ਮੈਦਾਨ ਦੇ ਵਿੱਚ ਬਹੁਤ ਸਾਰੇ ਯੋਧੇ ਲੜਨ ਜਾਂਦੇ ਨੇ, ਅੱਗੇ ਹੋ ਕੇ ਮੌਤ ਦਾ ਬਟਨਾ ਮਲਦੇ ਨੇ, ਛਾਤੀ ਤਾਣ ਕੇ ਲੜਦੇ ਨੇ, ਪਰ ਸਾਰੇ ਇੱਕੋ ਦਿਨ ਹੀ ਨਹੀਂ ਮਰ ਜਾਂਦੇ, ਇੱਕੋ ਵਾਰ 'ਚ ਹੀ ਨਹੀਂ ਮਰ ਜਾਂਦੇ। 52 ਸਮੀਪ ਜੈਸੇ ਬਿਬਦ ਬਿਨਾਸਪਤੀ, ਏਕੈ ਬੇਰ ਚੰਦਨ ਕਰਤ ਹੈ ਨ ਤਾਹੇ ਜੀ। ਜਿਵੇਂ 52 ਚੰਦਨ ਹੁੰਦਾ, ਚੰਦਨ ਦਾ ਦਰਖਤ ਹੁੰਦਾ, ਉਹਦੇ ਕੋਲ ਬਹੁਤ ਸਾਰੇ ਬੂਟੇ ਆਪਾਂ ਲਾ ਦਈਏ, ਪਰ ਸਾਰੇ ਬੂਟੇ ਚੰਦਨ ਦਾ ਪ੍ਰਭਾਵ ਨਹੀਂ ਕਬੂਲਦੇ। ਓਏ ਪੀ ਚੰਦਨ ਹੋਏ ਰਹੇ ਬਸੇ, ਜੋ ਚੰਦਨ ਪਾਸ, ਪਰ ਚੰਦਨ ਕੈ ਨਿਕਟੇ ਵਸੈ, ਬਾਂਸ ਸੁਗੰਧ ਨਾ ਹੋਏ। ਬਾਂਸ ਦਾ ਬੂਟਾ ਪ੍ਰਭਾਵ ਹੀ ਨਹੀਂ ਕਬੂਲਦਾ ਚੰਦਨ ਦਾ। ਇਵੇਂ ਭਾਈ ਗੁਰਦਾਸ ਜੀ ਕਹਿੰਦੇ 52 ਸਮੀਪ ਜੈਸੇ ਬਿਬਦ ਬਨਾਸਪਤੀ, ਏਕੈ ਬਰੇ ਚੰਦਨ ਕਰਤ ਹੈ ਨ ਤਾਹੇ ਜੀ। ਕਿ ਚੰਦਨ ਦੇ ਬੂਟੇ ਕੋਲੇ ਬਹੁਤ ਸਾਰੇ ਬੂਟੇ ਲਾ ਦਈਏ, ਪਰ ਇਹ ਕੁਝ ਅਜਿਹੇ ਨੇ ਜਿਹੜੇ ਉਹਦਾ ਪ੍ਰਭਾਵ ਹੀ ਨਹੀਂ ਕਬੂਲਦੇ। ਇਵੇਂ ਹੀ ਤੈਸੇ ਗੁਰ ਚਰਨ ਸਰਣ ਜਾਤ ਹੈ ਜਗਤ, ਜੀਵਨ ਮੁਕਤ ਪਦ ਚਾਹਤ ਹੈ ਜਾਹੇ ਜੀ। ਗੁਰੂ ਕੋਲੇ ਤਾਂ ਦੁਨੀਆ ਦੇ ਲੋਕ ਬਹੁਤ ਆਉਂਦੇ ਨੇ, ਦੁਨੀਆ ਦੇ ਲੋਕ ਆ ਕੇ ਸਿਜਦਾ ਕਰਦੇ ਨੇ, ਮੱਥਾ ਟੇਕਦੇ ਨੇ, ਪਰ ਮੁਕਤੀ ਕਿਸੇ ਕਿਸੇ ਨੂੰ ਮਿਲਦੀ ਆ, ਸੱਚ ਕਿਸੇ ਕਿਸੇ ਨੂੰ ਮਿਲਦਾ, ਸਿਆਣਪ ਸੂਝ ਬੂਝ ਕਦੇ ਕਦੇ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀ ਆ। ਸੋ ਕਹਿਣ ਦਾ ਭਾਵ
ਇਹਨੂੰ ਹੀ ਗੁਰੂ ਦਾ ਪ੍ਰਸਾਦ ਕਹਿੰਦੇ ਨੇ, ਇਹਨੂੰ ਹੀ ਗੁਰੂ ਦੀ ਕਿਰਪਾ ਕਹਿੰਦੇ ਨੇ। ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਕਿਹਾ ਜਾਂਦਾ ਹੈ ਕਿ ਅਕਬਰ ਦੇ ਦਰਬਾਰ ਦੇ ਵਿੱਚ ਬੜੇ ਵੱਡੇ ਸੰਗੀਤਕਾਰ ਸਨ, ਜਿਹੜੇ ਉਹਨੂੰ ਕਵਾਲੀਆਂ ਸੁਣਾਉਂਦੇ, ਜਿਹੜੇ ਉਹਨੂੰ ਰਾਗ ਸੁਣਾਉਂਦੇ। ਉਹਨਾਂ ਵਿੱਚ ਇੱਕ ਤਾਨਸੈਨ ਨਾਮ ਦਾ ਸੰਗੀਤਕਾਰ ਸੀ, ਜੋ ਕਿ ਬੜਾ ਮਧੁਰ ਗਾਉਂਦਾ ਸੀ, ਮਿਠਾਸ ਦੇ ਨਾਲ ਗਾਉਂਦਾ ਸੀ। ਜਦੋਂ ਹੀ ਉਸਨੇ ਗਾਉਣਾ ਤਾਂ ਉਹਦਾ ਪ੍ਰਭਾਵ ਸਮੁੱਚੇ ਦਰਬਾਰੀਆਂ ਤੇ ਦੂਰ ਦੂਰ ਤੱਕ ਉਹਦੀ ਮਹਾਨਤਾ ਸੀ। ਇੱਕ ਦਿਨ ਅਕਬਰ ਪੁੱਛਦਾ ਹੈ, ਤਾਨਸੈਨ ਤੂੰ ਬਹੁਤ ਸੁੰਦਰ ਗਾਉਣਾ, ਕਿ ਤੇਰੇ ਤੋਂ ਵੀ ਕੋਈ ਸੁੰਦਰ ਗਾ ਸਕਦਾ? ਮੈਨੂੰ ਨਹੀਂ ਲੱਗਦਾ ਵੀ ਤੇਰੇ ਜੈਸਾ ਸੰਗੀਤਕਾਰ ਕੋਈ ਮੇਰੇ ਦੇਖੇ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਤੇਰੀ ਜੈਸੀ ਵੀਣਾ ਕੋਈ ਵਜਾ ਸਕਦਾ ਹੋਰ ਕੋਈ, ਤੇਰੇ ਜੈਸਾ ਕੋਈ ਨਹੀਂ ਹੋਵੇਗਾ। ਤਾਨਸੈਨ ਨੂੰ ਕਹਿ ਰਿਹਾ। ਤਾਨਸੈਨ ਕਹਿਣ ਲੱਗਾ, ਹਜੂਰ ਜੀ ਜਹਾਂ ਪਨਾਹ, ਦੇਖੋ ਐਵੇਂ ਨਹੀਂ ਹੁੰਦਾ। ਇਹ ਵੀ ਕਲਾ ਮੈਂ ਕਿਸੇ ਤੋਂ ਸਿੱਖੀ ਆ। ਜਿਨ੍ਹਾਂ ਤੋਂ ਮੈਂ ਸਿੱਖੀ ਆ ਮੇਰੇ ਉਸਤਾਦ ਨੇ, ਉਹ ਕਿਤੇ ਜ਼ਿਆਦਾ ਸੁੰਦਰ ਗਾਉਂਦੇ ਨੇ ਮੇਰੇ ਤੋਂ, ਮਿੱਠਾ ਹੋਰ ਵੀ ਗਾਉਂਦੇ ਨੇ। ਨਾਮ ਉਹਨਾਂ ਦਾ ਹਰੀਦਾਸ ਆ। ਜਿਨ੍ਹਾਂ ਤੋਂ ਮੈਂ ਵਿੱਦਿਆ ਲਈ ਆ, ਹਰੀਦਾਸ ਉਹਨਾਂ ਦਾ ਨਾਮ ਆ। ਉਹ ਇਦੋਂ ਵੀ ਸੋਹਣਾ ਗਾਉਂਦੇ ਨੇ, ਇਦੋਂ ਵੀ ਮਿੱਠਾ ਗਾਉਂਦੇ ਨੇ। ਅਕਬਰ ਸੀ ਤੇ ਉਹਦੇ ਅੰਦਰ ਜਗਿਆਸਾ ਪੈਦਾ ਹੋਈ ਕਿ ਜੇ ਤਾਨਸੈਨ ਇੰਨਾ ਸੋਹਣਾ ਗਾਉਂਦਾ, ਇਹਨੂੰ ਸਿਖਾਉਣ ਵਾਲਾ ਕਿੰਨਾ ਸੋਹਣਾ ਗਾਉਂਦਾ ਹੋਏਗਾ। ਕਹਿਣ ਲੱਗਾ, ਮੈਂ ਦੇਖਣਾ ਚਾਹੁੰਦਾ, ਐਸੇ ਉਸਤਾਦ ਨੂੰ ਸੁਣਨਾ ਚਾਹੁੰਦਾ, ਉਹਦੀਆਂ ਸੰਗੀਤ ਦੀਆਂ ਧੁਨਾਂ ਨੂੰ, ਕੀ ਉਹ ਦਰਬਾਰ ਵਿੱਚ ਆ ਕੇ ਗਾ ਸਕਦਾ ਹੈ? ਤਾਂ ਤਾਨਸੈਨ ਕਹਿਣ ਲੱਗਾ, ਕਹਿੰਦਾ ਦੇਖੋ ਅਕਬਰ ਬਾਦਸ਼ਾਹ ਜੀ, ਮੈਂ ਤੁਹਾਡੀ ਡਿਊਟੀ ਕਰਦਾ ਹਾਂ, ਤੁਸੀਂ ਬਦਲੇ 'ਚ ਮੈਨੂੰ ਤਨਖਾਹ ਦਿੰਦੇ ਹੋ, ਮੇਰੀ ਉਪਜੀਵਿਕਾ ਤੁਹਾਡੇ ਤੋਂ ਚੱਲਦੀ ਆ। ਪਰ ਹਰੀਦਾਸ ਇੱਦਾਂ ਦਾ ਨਹੀਂ, ਮੇਰਾ ਉਸਤਾਦ ਇੱਦਾਂ ਦਾ ਨਹੀਂ। ਜੇ ਤੁਹਾਨੂੰ ਪਿਆਸ ਹੈ ਉਹਦੇ ਸੰਗੀਤ ਨੂੰ ਸੁਣਨ ਦੀ, ਤਾਂ ਆਪ ਜਾਣਾ ਪਵੇਗਾ ਉਹਦੀ ਝੌਂਪੜੀ 'ਚ, ਆਪ ਜਾ ਕੇ ਸੁਣਨਾ ਪਵੇਗਾ। ਉਹ ਨਹੀਂ ਆਵੇਗਾ, ਤੁਹਾਨੂੰ ਜਾਣਾ ਪਵੇਗਾ। ਇੰਨੀ ਜ਼ਿਆਦਾ ਸੋਭਾ ਸੁਣ ਕੇ ਅਕਬਰ ਬਾਦਸ਼ਾਹ ਤਾਨਸੈਨ ਤੇ ਹੋਰ ਦਰਬਾਰੀਆਂ ਨੂੰ ਲੈ ਕੇ ਚਲਾ ਜਾਂਦਾ ਹੈ ਸੁਣਨ। ਕਹਿੰਦੇ ਗਾਊਗਾ ਕਦੋਂ? ਸਾਡੇ ਕਿਹਾ ਨਹੀਂ ਇਹਨੇ ਗਾਉਣਾ, ਜਦੋਂ ਇਹਦਾ ਦਿਲ ਕਰੇਗਾ ਉਦੋਂ ਗਾਵੇਗਾ। ਝਾੜੀਆਂ ਦੇ ਪਿੱਛੇ ਖੜ ਗਏ ਨੇ, ਅੰਮ੍ਰਿਤ ਵੇਲਾ ਹੋਇਆ। ਹਰੀਦਾਸ ਨੇ ਇੱਧਰੋਂ ਆਪਦੀ ਵੀਣਾ ਚੁੱਕੀ ਆ ਤੇ ਸਾਜ ਦੀਆਂ ਧੁਨਾਂ ਛੇੜੀਆਂ ਨੇ। ਬਹੁਤ ਮਨੋਹਰ ਕੀਤਾ ਹਰੀ ਦਾ ਜਸ। ਹਰੀਦਾਸ ਨੇ ਪਰਮਾਤਮਾ ਦੀ ਸਿਫਤ ਗਾਈ ਆ। ਅਕਬਰ ਸੁਣ ਕੇ ਝੂਮ ਉੱਠਿਆ, ਕਹਿਣ ਲੱਗਾ, ਤਾਨਸੈਨ ਵਾਕਈ ਤੇਰਾ ਉਸਤਾਦ ਇੰਨਾ ਸੁੰਦਰ ਗਾਉਂਦਾ, ਤੇਰਾ ਸੰਗੀਤ ਇਹਦੇ ਸਾਹਮਣੇ ਕੱਖ ਵੀ ਨਹੀਂ, ਕੁਝ ਵੀ ਨਹੀਂ। ਕੀ ਫਰਕ ਆ? ਕੀ ਸਿੱਖਿਆ ਤੂੰ ਇਹਨਾਂ ਤੋਂ ਹੀ ਆ? ਤੇਰੇ 'ਚ ਤੇ ਤੇਰੇ ਉਸਤਾਦ ਦੇ ਵਿੱਚ ਕੀ ਫਰਕ ਆ? ਹਰੀਦਾਸ ਤੇ ਤਾਨਸੈਨ ਤੇਰੇ ਸੰਗੀਤ 'ਚ ਕੀ ਫਰਕ ਆ? ਕੀ ਬਿਗ ਡਿਫਰੈਂਸ ਆ ਜਿਹਦੇ ਕਰਕੇ ਤੈਨੂੰ ਇਹਦੇ ਨਾਲੋਂ ਬਹੁਤ ਨਿਮਾਣ ਵਾਲਾ ਮੈਂ ਆਖ ਰਿਹਾ ਤੇ ਉਹਨੂੰ ਉੱਚਾ ਆਖ ਰਿਹਾ? ਆਖਿਆ ਸੀ ਜਹਾਂ ਪਨਾਹ, ਮੈਂ ਤੁਹਾਡੇ ਲਈ ਗਾਉਂਦਾ ਹਾਂ, ਮੈਂ ਇੱਕ ਰਾਜੇ ਲਈ ਗਾਉਂਦਾ ਹਾਂ। ਮੇਰਾ ਜਿਹੜਾ ਉਸਤਾਦ ਆ ਹਰੀਦਾਸ, ਉਹ ਕਿਸੇ ਰਾਜੇ ਨੂੰ ਖੁਸ਼ ਕਰਨ ਲਈ ਨਹੀਂ ਗਾਉਂਦਾ, ਉਹ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਪਰਮਾਤਮਾ ਦੀ ਸਿਫਤ 'ਚ ਗਾਉਂਦਾ। ਮੈਂ ਤੁਹਾਡੇ ਲਈ ਗਾਉਂਦਾ ਹਾਂ, ਤੁਹਾਨੂੰ ਖੁਸ਼ ਕਰਨ ਲਈ ਗਾਉਣਾ।
ਉਹ ਪਰਮਾਤਮਾ ਦੇ ਪਿਆਰ 'ਚ ਗਾਉਂਦਾ, ਉਹ ਕਿਸੇ ਦਾ ਮੁਥਾਜ ਨਹੀਂ। ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਉਹ ਗਾਉਂਦਾ ਹੈ ਉਹਦੇ ਪਿਆਰ 'ਚ, ਉਸ ਇੱਕ ਦੇ ਪਿਆਰ 'ਚ। ਉਹ ਗਾਉਂਦਾ ਹੈ ਉਹਦੀ ਤੜਫ 'ਚ। ਉਹਨੂੰ ਕਿਸੇ ਦੀ ਮੁਥਾਜੀ ਨਹੀਂ, ਕਿਸੇ ਦਾ ਡਰ ਨਹੀਂ, ਬੇਪਰਵਾਹ ਹੋ ਕੇ ਗਾਉਂਦਾ ਤੇ ਬਿਨਾਂ ਤੋਲਿਆਂ ਹੀ ਗਾਉਂਦਾ ਹੈ। ਮੇਰੀ ਡਿਊਟੀ ਹੁੰਦੀ ਹੈ 1 ਘੰਟਾ ਗਾਉਣਾ, ਤੁਹਾਨੂੰ ਖੁਸ਼ ਕਰਨ ਲਈ ਗਾਉਣਾ, ਤਾਂ ਇਸ ਕਰਕੇ ਮੈਂ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਹਰੀਦਾਸ ਦੀ ਵਿਦਿਆ ਮੇਰੇ ਉਸਤਾਦ ਦੀ ਮੇਰੇ ਨਾਲੋਂ ਨਿਆਰੀ ਰਹੇਗੀ। ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੀ ਗੱਲ ਆਖੀ ਅੱਜ ਕਿ ਰਾਗ ਜਾਂ ਰਾਗਣੀਆਂ ਕੋਈ ਵੀ ਗਾ ਰਿਹਾ, ਉਹਦੀਆਂ ਹੀ ਗਾਈਆਂ ਹੋਈਆਂ ਸਫਲ ਨੇ ਜੇ ਉਹਦੇ ਵਿੱਚ ਪਰਮਾਤਮਾ ਦਾ ਪਿਆਰ ਆ। ਉਹ ਸੰਗੀਤ ਸੋਹਣਾ ਜਿਹਦੇ ਵਿੱਚ ਉਹਦੀ ਸਿਫਤ ਆ, ਉਹ ਸੰਗੀਤ ਚੰਗਾ ਜਿਹਦੇ ਵਿੱਚ ਉਹਦਾ ਜ਼ਿਕਰ ਆ ਉਸ ਮਾਲਕ ਦਾ। ਉਹੀ ਗੱਲਾਂ ਚੰਗੀਆਂ ਨੇ ਜਿਹਦੇ ਵਿੱਚ ਵਾਹਿਗੁਰੂ ਦਾ ਪਿਆਰ ਆ। ਨਹੀਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾਂ ਨਹੀਂ, ਸਾਰੀਆਂ ਚੀਜ਼ਾਂ ਬੇਕਾਰ ਨੇ। ਜਿਨ੍ਹਾਂ ਦੇ ਵਿੱਚ ਉਹਦੀ ਗੱਲ ਨਹੀਂ, ਜਿਸ ਗੱਲ ਦੇ ਵਿੱਚ, ਜਿਸ ਬਾਤ ਵਿੱਚ ਉਹਦਾ ਜ਼ਿਕਰ ਨਹੀਂ, ਉਹ ਬਾਤ ਨਹੀਂ ਹੋ ਸਕਦੀ, ਉਹ ਗੱਲਾਂ ਨਹੀਂ ਹੋ ਸਕਦੀਆਂ, ਉਹ ਕੂੜ ਨੇ। ਉਹ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਦੰਦੀ ਮੈਲ ਨਕਤ ਮਨ ਜੀਭੇ ਸੱਚਾ ਸੋਏ। ਜਿਹੜਾ ਵਾਹਿਗੁਰੂ ਦੇ ਪਿਆਰ ਵਾਲੇ ਗੀਤ ਗਾਉਣ ਲੱਗ ਜਾਵੇ, ਉਹਦੇ ਕੋਲ ਫਿਰ ਦੂਜਿਆਂ ਦੀਆਂ ਗੱਲਾਂ ਕਰਨ ਵਾਸਤੇ ਸਮਾਂ ਨਹੀਂ ਹੁੰਦਾ। ਉਹਦੇ ਕੋਲ ਦੂਜਿਆਂ ਦੇ ਚਰਿੱਤਰ ਨੂੰ ਫਰੋਲਣ ਦਾ ਸਮਾਂ ਕਿੱਥੇ ਹੁੰਦਾ। ਜਿਹਦੇ ਜ਼ੁਬਾਨ ਤੇ ਰਾਮ 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 ਹੋਵੇ, ਉਹਨੂੰ ਫਿਰ ਪਰਵਾਹ ਨਹੀਂ ਹੁੰਦੀ ਕਿਸੇ ਦੀ। ਸਸੁਰੈ ਪਈਐ ਭੈ ਵਸੀ ਸਤਿਗੁਰ ਸੇਵਨ ਸੰਗ। ਗੁਰੂ ਨਾਨਕ ਸਾਹਿਬ ਜੀ ਨੇ ਹਮੇਸ਼ਾ ਸਾਡੇ ਸਰੀਰ ਨੂੰ ਪੇਕਾ ਕਰ ਦੱਸਿਆ ਹੈ। ਆਤਮਾ ਨੂੰ ਇਹਦੇ ਵਿੱਚ ਰਹਿਣ ਵਾਲਾ ਤੇ ਇੱਕ ਜੀਵ ਦੱਸਿਆ ਹੈ, ਇਸਤਰੀ ਕਰਕੇ ਦੱਸਿਆ। ਸਰੀਰ ਪੇਕਾ ਘਰ, ਜਿੱਥੇ ਮਰ ਕੇ ਜਾਣਾ ਉਹ ਸਹੁਰਾ ਘਰ। ਇਸ ਕਰਕੇ ਤੇ ਕਹਿ ਰਹੇ ਨੇ ਸਸੁਰੈ ਪਈਐ ਭੈ ਵਸੀ ਸਤਿਗੁਰ ਸੇਵਨ ਸੰਗ। ਜਿਹੜੀ ਜੀਵ ਇਸਤਰੀ ਇੱਥੇ ਪੇਕੇ ਘਰ ਦੇ ਵਿੱਚ ਸਿੱਖ ਲੈਂਦੀ ਆ ਚੰਗੇ ਗੁਣਾਂ ਨੂੰ, ਉਹ ਸਹੁਰੇ ਘਰ ਵਿੱਚ ਜਾ ਕੇ ਉਹਦਾ ਵਸਣਾ ਸੌਖਾ ਹੋ ਜਾਂਦਾ। ਇਹ ਆਮ ਇੱਕ ਧਾਰਨਾ ਹੈ। ਜਿਹੜੀ ਬੱਚੀ ਕੋਲ ਗੁਣ ਹੋਣਗੇ, ਇਹਨੇ ਸਿੱਖੇ ਹੋਣਗੇ ਪੇਕੇ ਘਰ ਦੇ ਵਿੱਚ, ਉਹ ਜਦੋਂ ਸਹੁਰੇ ਜਾਊਗੀ, ਵਿਆਹ ਹੋਊਗਾ, ਉਦੋਂ ਉਹ ਉੱਥੇ ਗੁਣ ਦੱਸਣਗੇ ਉਹਦੇ ਵੀ ਇਹਨੇ ਕੀ ਕੀ ਸਿੱਖਿਆ, ਕਿ ਇਹਨੂੰ ਸੁਚੱਜਾਪੁਣ ਸਚਿਆਰਪੁਣ ਹੈ ਜਾਂ ਨਹੀਂ। ਬਿਲਕੁਲ ਉਹੀ ਗੱਲ ਮਹਾਰਾਜ ਕਹਿ ਰਹੇ ਨੇ, ਸਿੱਧੀਆਂ ਗੱਲਾਂ ਨੇ ਸਾਫ਼ ਕਿ ਹੇ ਜੀਵ ਇਸਤਰੀ, ਜੇ ਤੂੰ ਆਪਦੇ ਸਰੀਰ 'ਚ ਰਹਿ ਕੇ, ਪੇਕੇ ਘਰ 'ਚ ਰਹਿ ਕੇ ਗੁਣ ਕਮਾਏ ਨੇ, ਤਾਂ ਉੱਪਰ ਲੋਕ ਦੇ ਵਿੱਚ, ਸਹੁਰੇ ਘਰ ਦੇ ਵਿੱਚ ਜਾ ਕੇ ਤੇਰੇ ਕੰਮ ਆਉਣਗੇ। ਸਸੁਰੈ ਪਈਐ ਭੈ ਵਸੀ ਸਤਿਗੁਰ ਸੇਵਨ ਸੰਗ। 3 ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ, ਇੱਕਾ ਸੁਚੱਜੀ, ਇੱਕਾ ਕੁਚੱਜੀ, ਇੱਕਾ ਗੁਣਵੰਤੀ। ਕੁਝ ਐਸੇ ਹੱਥ ਨੇ ਜਿਹੜੇ ਸੁਚੱਜੇ ਹੁੰਦੇ ਨੇ, ਕੁਝ ਐਸੇ ਹੱਥ ਨੇ ਜਿਹੜੇ ਕੁਚੱਜੇ ਹੁੰਦੇ ਨੇ, ਕੁਝ ਐਸੇ ਹੱਥ ਨੇ ਜਿਹੜੇ ਗੁਣਾਂ ਦੇ ਨਾਲ ਭਰੇ ਹੁੰਦੇ ਨੇ, ਗੁਣਵੰਤੇ ਹੁੰਦੇ ਨੇ। ਕੁਝ ਐਸੀਆਂ ਆਤਮਾਵਾਂ ਨੇ ਜਿਹੜੀਆਂ ਚੰਗੀਆਂ ਹੁੰਦੀਆਂ ਨੇ। ਕਈ ਲੋਕ ਆਪ ਚੰਗੇ ਨਹੀਂ ਹੁੰਦੇ, ਉਹਨਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ। ਕਈ ਲੋਕ ਆਪ ਵੀ ਚੰਗੇ ਹੁੰਦੇ ਨੇ, ਉਹਨਾਂ ਦੀਆਂ ਗੱਲਾਂ ਵੀ ਚੰਗੀਆਂ ਹੁੰਦੀਆਂ। ਕਈ ਲੋਕਾਂ ਦੀਆਂ ਨਾ ਗੱਲਾਂ ਚੰਗੀਆਂ ਹੁੰਦੀਆਂ ਨੇ, ਨਾ ਆਪ ਚੰਗੇ ਹੁੰਦੇ ਨੇ। ਸੋ ਤੁਸੀਂ ਉਹ ਬਣਨਾ, ਚੰਗੇ ਬਣਨ ਦਾ ਯਤਨ ਕਰਨਾ। ਤੁਹਾਡੀਆਂ ਗੱਲਾਂ ਵੀ ਚੰਗੀਆਂ ਹੋਣ, ਤੁਸੀਂ ਆਪ ਵੀ ਚੰਗੇ ਹੋਣਾ। ਦੁਨੀਆ 'ਚ ਐਸੇ ਬਹੁਤ ਲੋਕ ਨੇ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਨੇ ਪਰ ਉਹ ਆਪ ਚੰਗੇ ਨਹੀਂ। ਗੱਲੀ ਜੋਗ ਨਾ ਹੋਈ। प्रीतम का देश कैसे बातन से जाइए, बातन से जाइए कैसे बातन से जाइए। बातां दे नाल गल्लां दे नाल परमात्मा दे देश 'च नहीं बसिया जा सकदा। ਉਹ ਇਸਤਰੀ ਜਿਹੜੀ ਗੱਲਾਂ ਦੇ ਨਾਲ ਰੋਟੀਆਂ ਪਕਾਉਂਦੀ ਆ, ਜਿਹੜੀਆਂ ਗੱਲਾਂ ਬਾਤੀ ਵੱਡੀ ਆ ਪਰ ਕੰਮ ਕਰਕੇ ਨਹੀਂ ਵੱਡੀ, ਇਹਨੂੰ ਕੰਮ ਹੀ ਨਹੀਂ ਆਉਂਦਾ, ਉਹ ਸਹੁਰੇ ਘਰ ਵਿੱਚ ਕਿਵੇਂ ਨਾਮ ਨਾ ਖੱਟ ਸਕਦੀ ਆ, ਉਹ ਸਹੁਰੇ ਘਰ ਵਿੱਚ ਕਿਵੇਂ ਜਾ ਕੇ ਵੱਸ ਸਕਦੀ ਹੈ। ਜੇ ਆਤਮਾ ਸਿਰਫ ਗੱਲਾਂ ਕਰੇਗੀ ਸੱਚ ਦੀਆਂ ਪਰ ਸੱਚ ਦੇ ਵਿੱਚ ਜਿਉਂਦੀ ਨਹੀਂ, ਉਹ ਪਰਮਾਤਮਾ ਦੇ ਦਰਬਾਰ ਵਿੱਚ ਕਿਵੇਂ ਸ਼ੋਭਾ ਪਾ ਸਕਦੀ ਹੈ। ਇਸ ਕਰਕੇ ਗੱਲਾਂ ਵਾਲੇ ਹੈਣ ਘਨੇਰੇ, ਗੱਲਾਂ ਵਾਲੇ ਬਹੁਤ ਨੇ ਪਰ ਸੱਚ ਨੂੰ ਜਿਉਣ ਵਾਲੇ ਥੋੜ੍ਹੇ ਨੇ। ਬੱਚੇ ਜਿਹੜੇ ਹੁੰਦੇ ਨੇ ਉਹ ਕਈ ਦਫਾ ਪੁੱਠੀਆਂ ਚੱਪਲਾਂ ਪਾ ਲੈਂਦੇ ਨੇ। ਇੱਕ ਕਵੀ ਨੇ ਲਿਖਿਆ ਹੈ ਬੜਾ ਸੁੰਦਰ ਕਿ ਜਿਹੜੇ ਬੱਚੇ ਹੁੰਦੇ ਨੇ, ਬੱਚਿਆਂ ਦਾ ਕੀ ਆ, ਪੈਰਾਂ ਵਿੱਚ ਪੁੱਠੀਆਂ ਚੱਪਲਾਂ ਪਾ ਕੇ ਤੁਰ ਪੈਂਦੇ ਨੇ ਪਰ ਉਹਨਾਂ ਦੇ ਮਨ ਵਿੱਚ ਸਭ ਕੁਝ ਸਿੱਧਾ ਹੀ ਸਿੱਧਾ ਹੁੰਦਾ। ਅਸੀਂ ਭਾਵੇਂ ਸਾਡੀਆਂ ਚੱਪਲਾਂ ਹਮੇਸ਼ਾ ਹੀ ਸਿੱਧੀਆਂ ਹੁੰਦੀਆਂ ਨੇ ਪਰ ਸਾਡੇ ਮਨ ਦੇ ਵਿੱਚ ਸਦਾ ਹੀ ਕੁਝ ਨਾ ਕੁਝ ਪੁੱਠਾ ਸਿੱਧਾ ਚੱਲਦਾ ਰਹਿੰਦਾ ਹੈ। ਬੱਚਿਆਂ ਦਾ ਕੀ ਆ, ਪੁੱਠੀਆਂ ਚੱਪਲਾਂ ਪਾ ਕੇ ਤੁਰ ਪੈਂਦੇ ਨੇ ਪਰ ਕਦੇ ਵੀ ਉਹਨਾਂ ਦੇ ਮਨ ਵਿੱਚ ਕੁਝ ਪੁੱਠਾ ਸਿੱਧਾ ਨਹੀਂ ਹੁੰਦਾ। ਸਾਡੀਆਂ ਚੱਪਲਾਂ ਹਮੇਸ਼ਾ ਹੀ ਸਿੱਧੀਆਂ ਹੁੰਦੀਆਂ ਨੇ ਪਰ ਸਾਡੇ ਮਨ ਦੇ ਵਿੱਚ ਬੜਾ ਕੁਝ ਪੁੱਠਾ ਸਿੱਧਾ ਚੱਲਦਾ ਰਹਿੰਦਾ ਹੈ। ਗੁਰੂ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਕਿ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨ ਆਪਸੀ ਦੋਜਗ ਸੰਧੀ ਪਾਏ। ਇਸ ਕਰਕੇ ਬਹੁਤ ਨੇ ਗੱਲਾਂ ਵਾਲੇ ਹੈਣ ਘਨੇਰੇ, ਗੱਲਾਂ ਵਾਲੇ ਹੈਣ ਘਨੇਰੇ ਪਰ ਵਿਰਲੇ ਨੇ ਜੋ ਤੇਰੇ ਨਾਮ ਦੇ ਵਪਾਰੀ ਨੇ। ਮੋਢੇ ਉੱਤੇ ਡਾਂਗ ਰੱਖ ਬਣੇ ਨਾ ਲੜਾਕਾ ਕੋਈ, ਗੱਤਕੇ ਦੀ ਖੇਡ ਦਾ ਖਿਡਾਰੀ ਹੁੰਦਾ ਕੋਈ। ਪਾਸ਼ਕ ਦੀ ਤੱਕੜੀ ਤੋਲਦੇ ਬਥੇਰੇ ਇੱਥੇ, ਸੌਦੇ 'ਚ ਖਰਾ ਤੇ ਵਿਹਾਰੀ ਹੁੰਦਾ ਕੋਈ। ਆਲਸੀ ਤੇ ਘੌਲੀ ਲੋਕ ਦੇਖਣ 'ਚ ਬਹੁਤ ਆਉਂਦੇ, ਉਦਮੀ ਤੇ ਹਿੰਮ ਦੀ ਤਿਆਰੀ ਹੁੰਦਾ ਕੋਈ। ਟਾਵਾਂ ਹੁੰਦਾ ਕੋਈ, ਲਾਲਾਂ ਦੀ ਪਰਖ ਵਾਲਾ, ਰਬਾਬੀਆ ਇਨਾਮ ਦਾ ਵਪਾਰੀ ਹੁੰਦਾ ਕੋਈ। ਉਂਗਲੀ ਮੈਂ ਚੁੱਕ ਕੇ ਲੜਾਉਂਦੇ ਮੈਂ ਹਜ਼ਾਰਾਂ ਦੇਖੇ, ਲੜਦੇ ਹਟਾਉਣ ਵਾਲਾ ਹੁੰਦਾ ਜੱਗ ਕੋਈ। ਹੱਸਦੇ ਹਸਾਉਂਦਿਆਂ ਨੂੰ ਤੱਕ ਕੇ ਨਾਰਾਜ਼ ਹੁੰਦੇ, ਰੋਂਦੇ ਨੂੰ ਹਸਾਉਣ ਵਾਲਾ ਹੁੰਦਾ ਜੱਗ ਕੋਈ। ਗੱਲਾਂ ਬਾਤਾਂ ਨਾਲ ਢਿੱਡ ਰੱਬ ਵਾਲਾ ਪਾੜ ਦਿੰਦੇ, ਬੋਲਾਂ ਨੂੰ ਪਗਾਉਣ ਵਾਲਾ ਹੁੰਦਾ ਜੱਗ ਕੋਈ। ਗੱਲਾਂ ਬਾਤਾਂ ਨਾਲ ਢਿੱਡ ਰੱਬ ਵਾਲਾ ਪਾੜ ਦਿੰਦੇ, ਬੋਲਾਂ ਨੂੰ ਪਗਾਉਣ ਵਾਲਾ ਹੁੰਦਾ ਜੱਗ ਕੋਈ। ਇਸ ਕਰਕੇ ਕੋਈ ਹੁੰਦਾ, ਕਰੋੜਾਂ ਪਿੱਛੇ ਕੋਈ ਇੱਕ ਅੱਧਾ, ਹਰ ਕਿਸੇ ਨੂੰ ਨਾ ਸਮਝਣਾ। ਕਈ ਲੋਕਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ ਨੇ, ਕਈ ਲੋਕ ਆਪ ਵੀ ਚੰਗੇ ਹੁੰਦੇ ਨੇ, ਕਈ ਲੋਕ ਉਹਨਾਂ ਦੀਆਂ ਗੱਲਾਂ ਵੀ ਚੰਗੀਆਂ ਨੇ, ਆਪ ਵੀ ਚੰਗੇ ਨੇ, ਕਈਆਂ ਦੀਆਂ ਗੱਲਾਂ ਵੀ ਨਹੀਂ ਚੰਗੀਆਂ ਤੇ ਆਪ ਵੀ ਨਹੀਂ ਚੰਗੇ। ਤਿੰਨ ਤਰ੍ਹਾਂ ਦੇ ਲੋਕ ਤੁਹਾਨੂੰ ਜ਼ਿੰਦਗੀ 'ਚ ਮਿਲਣਗੇ। ਇੱਕ ਉਹ ਜੋ ਗੱਲਾਂ ਬਹੁਤ ਵੱਡੀਆਂ ਕਰਨਗੇ ਪਰ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਇੱਕ ਉਹ ਨੇ ਜਿਹੜੇ ਕਿ ਗੱਲਾਂ ਵੀ ਸੋਹਣੀਆਂ ਕਰਨਗੇ ਤੇ ਗੱਲਾਂ ਵਰਗੇ ਹੋਣਗੇ ਵੀ, ਜੋ ਕਹਿੰਦੇ ਨੇ ਉਹ ਕਰਨਗੇ ਵੀ। ਇਹ ਕੌਣਗੇ? ਉਹ ਹੋਣਗੇ ਨਾ ਗੱਲਾਂ ਸੋਹਣੀਆਂ ਉਹਨਾਂ ਦੀਆਂ, ਨਾ ਆਪ ਸੋਹਣੇ। ਇਹ ਕਿਹੋ ਜਿਹੇ ਹੋਣਗੇ? ਫਰੀਦਾ ਤਿੰਨਾਂ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓਗੇ। ਪਾਤਸ਼ਾਹ ਜੀ ਕਹਿੰਦੇ ਨੇ, ਦੇਵਰ ਜੇਠ ਮੂਏ ਦੁੱਖ, ਸੱਸੂ ਕਾ ਡਰ ਕਿਸ, ਜੇ ਪ੍ਰਭਾਵੇ ਨਾਨਕਾ ਕਰਮ ਮਣੀ ਸਭ ਸੱਚ। ਮਹਾਰਾਜ ਨੇ ਬਹੁਤ ਸੋਹਣੇ ਤਰੀਕੇ ਨਾਲ ਆਖਿਆ ਹੈ। ਕਹਿੰਦੇ ਦਿਓਰ ਤੇ ਜੇਠ ਇਹਨਾਂ ਦਾ ਦੁੱਖ ਨਹੀਂ ਹੁੰਦਾ, ਨਾ ਸੱਸ ਦਾ ਡਰ ਰਹਿੰਦਾ ਹੈ। ਜਿਹੜੀ ਜੀਵ ਆਤਮਾ
ਵਾਹਿਗੁਰੂ ਨੂੰ ਯਾਦ ਕਰਦੀ ਆ। ਦਿਓਰ ਤੇ ਜੇਠ ਕੌਣ ਨੇ ਵਿਕਾਰ, ਸੱਸ ਇੱਥੇ ਕੀ ਹੈ ਪ੍ਰਤੀਕ ਮਾਇਆ। ਇਸ ਕਰਕੇ ਉਹ ਦਿਓਰ ਤੇ ਜੇਠ ਭਾਵ ਕੀ ਵਿਕਾਰ, ਮਾੜੀਆਂ ਗੱਲਾਂ ਬੰਦੇ ਨੂੰ ਇਹ ਸਤਾਉਂਦੀਆਂ ਨਹੀਂ। ਸੱਸੂ ਕਾ ਡਰ ਕਿਸ, ਸੱਸ ਦਾ ਡਰ ਨਹੀਂ ਰਹਿੰਦਾ ਮਾਇਆ ਦਾ। ਜਿਹੜੀ ਜੀਵਾਤਮਾ ਪਰਮਾਤਮਾ ਨਾਲ ਪਿਆਰ ਪਾਉਂਦੀ ਆ। ਜੇ ਫਿਰ ਭਾਵੇ ਨਾਨਕਾ, ਕਰਮ ਮਣੀ ਸਭ ਸੱਚ। ਜਿਹੜੀ ਆਤਮਾ ਆਪਦੇ ਕਰਮਾਂ ਦੇ ਵਿੱਚ ਵਾਹਿਗੁਰੂ ਦਾ ਪਿਆਰ ਜੋੜਦੀ ਆ, ਜੋ ਕਰਦੀ ਆ ਸੱਚ ਹੋਵੇਗਾ। ਸੋਰਠ ਤਾਮ ਸੁਹਾਵਣੀ, ਜਾਂ ਹਰ ਨਾਮ ਟੰਡੋਲੇ। ਸੋਰਠ ਰਾਗਣੀ ਤਾਂ ਹੀ ਸੋਹਣੀ ਆ ਜੇ ਇਹਦੇ ਰਾਹੀਂ ਪ੍ਰਮਾਤਮਾ ਦੀ ਸਿਫਤ ਹੋਵੇ। ਗੁਰਪੁਰਖ ਮਨਾਵੇ ਆਪਣਾ, ਗੁਰਮਤੀ ਹਰ ਹਰ ਬੋਲੇ। ਜਿਹਨੇ ਆਪਣੇ ਮੁਰਸ਼ਦ ਨੂੰ ਮਨਾਇਆ ਹੈ ਸੋਰਠ ਰਾਗ ਰਾਹੀਂ, ਬੋਲ ਬੋਲ ਕੇ ਸ਼ਬਦਾਂ ਨੂੰ। ਹਰ ਪ੍ਰੇਮ ਕਸਾਈ ਦਿਨਸ ਰਾਤ, ਹਰ ਰੱਤੀ ਹਰ ਰੰਗ ਚੋਲੇ। ਜਿਹੜੀ ਪ੍ਰੇਮ ਦੇ ਰੰਗ ਵਿੱਚ ਰੰਗੀ ਗਈ ਆ, ਜਿਹੜੀ ਉਹਦੇ ਨਾਮ ਦੇ ਵਿੱਚ ਰੰਗੀ ਗਈ ਆ। ਜਿਹਨੇ ਆਪਦੇ ਕਰਮਾਂ ਦਾ ਚੋਲਾ ਰੰਗ ਲਿਆ, ਹਰ ਜੈਸਾ ਪੁਰਖ ਨ ਲੱਭਈ। ਸਭ ਦੇਖਿਆ ਜਗਤ ਮੈਂ ਟੋਲੇ। ਹੇ ਗੁਰੂ, ਮੈਂ ਸਾਰਾ ਸੰਸਾਰ ਦੇਖ ਲਿਆ, ਤੇਰੇ ਜੈਸਾ ਕੋਈ ਨਹੀਂ ਹੈਗਾ, ਤੇਰੇ ਜੈਸਾ ਦੂਜਾ ਕੋਈ ਨਹੀਂ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅੰਤ ਨ ਕਾਹੂ ਡੋਲੇ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਗੁਰੂ ਨੇ ਮੈਨੂੰ ਇਹੋ ਜਿਹੀਆਂ ਗੱਲਾਂ ਸਿਖਾਈਆਂ, ਮੇਰਾ ਹੁਣ ਮਨ ਨਹੀਂ ਡੋਲਦਾ। ਮੇਰੇ ਮਨ ਤੇ ਪ੍ਰਭਾਵ ਨਹੀਂ ਪਾ ਸਕਦੀਆਂ ਚੀਜ਼ਾਂ। ਮੇਰਾ ਐਸਾ ਮਨ ਹੋ ਗਿਆ ਕਿ ਦੁਨਿਆਵੀ ਚੀਜ਼ਾਂ ਮੈਨੂੰ ਕੁਝ ਟੋਹ ਨਹੀਂ ਸਕਦੀਆਂ, ਛੋਹ ਨਹੀਂ ਸਕਦੀਆਂ। ਜਾਂ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ। ਗੁਰੂ ਰਾਮਦਾਸ ਜੀ ਕਹਿੰਦੇ, ਮੈਂ ਦਾਸ ਹਾਂ ਗੁਰੂ ਨਾਨਕ ਦਾ, ਮੈਂ ਦਾਸ ਹਾਂ ਪਰਮਾਤਮਾ ਦਾ। ਤੇ ਜਿਹੜੇ ਉਹਦੇ ਦਾਸ ਬਣੇ ਨੇ ਉਹਨਾਂ ਦਾ ਵੀ ਮੈਂ ਚਾਕਰ ਹਾਂ, ਤੇਰੇ ਨੌਕਰਾਂ ਦਾ ਵੀ ਮੈਂ ਨੌਕਰ ਹਾਂ। ਵਾਹਿਗੁਰੂ, ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ। ਤੁਧ ਆਪੇ ਖੇਲ ਰਚਾਏ, ਤੁਧ ਆਪ ਸਵਾਰਿਆ। ਦਾਤਾ ਕਰਤਾ ਆਪ, ਆਪ ਭੋਗਣ ਹਾਰਿਆ। ਹੇ ਵਾਹਿਗੁਰੂ, ਸ੍ਰਿਸ਼ਟੀ ਦਾ ਕਰਤਾ ਧਰਤਾ ਤੂੰ ਹੀ ਹੈ, ਖੇਲ ਰਚਾਉਣ ਵਾਲਾ ਤੂੰ ਹੀ ਹੈ, ਦਾਤਾਂ ਦੇਣ ਵਾਲਾ ਤੂੰ ਹੀ ਹੈ। ਸਭ ਤੇਰਾ ਸ਼ਬਦ ਵਰਤੈ ਉਹ ਪਾਵਨ ਹਾਰਿਆ। ਸ਼ਬਦ ਨੂੰ ਬਣਾਉਣ ਵਾਲਾ, ਸਾਜਣ ਵਾਲਾ ਤੂੰ ਹੀ ਹੈ। ਹਉ ਗੁਰਮੁਖ ਸਦਾ ਸਲਾਹੀ, ਗੁਰ ਕੋ ਵਾਰਿਆ। ਤੇ ਮੈਂ ਗੁਰਮੁਖ ਬਣ ਕੇ ਤੇਰੇ ਨਾਮ ਨੂੰ ਸਦਾ ਹੀ ਸਿਮਰਦਾ ਹਾਂ, ਸਦਾ ਹੀ ਯਾਦ ਕਰਦਾ ਹਾਂ। ਸੋ ਗੁਰਸਿੱਖ ਪਿਆਰਿਓ, ਦੁਨੀਆ ਦੇ ਵਿੱਚ ਤੁਹਾਨੂੰ ਐਸੇ ਐਸੇ ਰਾਗ ਸੁਣਨ ਨੂੰ ਮਿਲਣਗੇ, ਐਸੇ ਐਸੇ ਰਾਗਣੀਆਂ ਸੁਣਨ ਨੂੰ ਮਿਲਣਗੀਆਂ, ਪਰ ਗਾਈਆਂ ਹੋਈਆਂ ਰਾਗਣੀਆਂ ਤੇ ਰਾਗ ਉਹੀ ਸੋਹਣੇ ਨੇ ਜਿਹਦੇ ਵਿੱਚ ਉਹਦੀ ਵਡਿਆਈ ਆ, ਜਿਹਦੇ ਵਿੱਚ ਜਾਦੂ ਹੈ ਗੁਰਬਾਣੀ ਦਾ, ਜਿਹਦੇ ਵਿੱਚ ਰਬਾਬ ਦੀਆਂ ਧੁਨਾਂ ਨੇ। ਸੋ ਸੰਗੀਤ ਗੁਰੂ ਨਾਲ ਵੀ ਜੋੜ ਸਕਦਾ, ਸੰਗੀਤ ਗੁਰੂ ਨਾਲੋਂ ਤੋੜ ਵੀ ਸਕਦਾ। ਸੰਗੀਤ ਤੁਹਾਨੂੰ ਰੱਬ ਦੇ ਨੇੜੇ ਲਿਜਾ ਸਕਦਾ, ਮਾੜਾ ਸੰਗੀਤ ਤੁਹਾਨੂੰ ਗੁਰੂ ਨਾਲੋਂ ਤੋੜ ਸਕਦਾ। ਚੰਗਾ ਸੰਗੀਤ, ਸੋਹਣਾ ਸੰਗੀਤ ਮਨ ਨੂੰ ਸ਼ਾਂਤੀ ਦੇਵੇਗਾ। ਤੇ ਬਹੁਤ ਉਹ ਸੰਗੀਤ ਜਿਹਦਾ ਕੋਈ ਅਰਥ ਹੀ ਨਹੀਂ, ਜਿਹਦਾ ਕੋਈ ਰਾਗ ਹੀ ਨਹੀਂ, ਜਿਸ ਵਿੱਚ ਅਲੰਕਾਰ ਹੀ ਨਹੀਂ, ਜਿਸ ਨੂੰ ਪਤਾ ਹੀ ਨਹੀਂ ਮੈਂ ਕੀ ਗਾਉਣਾ ਹੈ, ਉਹ ਮਨ ਨੂੰ ਉਚਾਟ ਕਰੇਗਾ। ਸੋ ਗੱਲ ਕਰ ਰਹੇ ਨੇ ਗੁਰੂ ਰਾਮਦਾਸ ਜੀ ਸੰਗੀਤ ਦੀ, ਰਾਗਾਂ ਦੀ। ਉਹ ਰਾਗ ਬੜੇ ਪਿਆਰੇ ਨੇ ਜਿਨ੍ਹਾਂ ਦੇ ਵਿੱਚ ਤੇਰੀ ਸਿਫਤ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਦੇ ਵਿੱਚ ਆ। ਗੁਰੂ ਨਾਨਕ ਸਾਹਿਬ ਜੀ ਨੇ
ਬਹੁਤ ਰਾਗ ਗਾਏ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਆ ਤੇ ਉਹਨਾਂ ਰਾਗਾਂ ਦੇ ਵਿੱਚ ਬਾਣੀ ਗਾ ਕੇ ਸਾਨੂੰ ਸ਼ਾਂਤੀ ਆਉਂਦੀ ਆ ਜਦੋਂ ਅਸੀਂ ਸੁਣਦੇ ਹਾਂ ਜਾਂ ਕੀਰਤਨੀਏ ਕੀਰਤਨ ਕਰਦੇ ਨੇ। ਇਸ ਪ੍ਰਕਾਰ ਨਾਲ ਰਾਗਾਂ ਵਿੱਚ ਕੀਰਤਨ ਕਰਨਾ ਇਹ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਧੁਰ ਤੋਂ ਹੀ ਸਿਖਾਇਆ ਹੈ। ਰਾਗਾਂ ਦੇ ਵਿੱਚ ਕੀਰਤਨ ਸੁਣਨਾ, ਸੰਗੀਤ ਦੇ ਵਿੱਚ ਅੰਮ੍ਰਿਤਮਈ ਸ਼ਬਦ ਗਾਉਣੇ, ਇਹ ਇਲਾਹੀ ਜਿਹੜਾ ਰਹਾਸਾ ਤੇ ਰਮਜ਼ਾਂ ਨੇ ਗੁਰੂ ਨਾਨਕ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਬਖਸ਼ੀਆਂ ਹਨ। ਸੋ ਇੱਥੇ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਲੋਕ ਨੇ ਜੋ ਸੰਗੀਤ ਪਏ ਗਾਉਂਦੇ ਨੇ, ਪਰ ਉਹਨਾਂ ਸੰਗੀਤ, ਉਹਨਾਂ ਦੀਆਂ ਸ਼ਬਦਾਵਲੀਆਂ ਵਿੱਚ ਪ੍ਰਭੂ ਦਾ ਪਿਆਰ ਨਹੀਂ, ਕੁਝ ਹੋਰ ਆ, ਜਿਹਦੇ ਕਰਕੇ ਇਨਸਾਨ ਦਾ ਮਨ ਸੁਣ ਕੇ ਉਚਾਟ ਹੋ ਰਿਹਾ, ਟੁੱਟ ਰਹੇ ਨੇ ਲੋਕ, ਜੁੜ ਨਹੀਂ ਰਹੇ। ਕਈ ਸੰਗੀਤ ਐਸਾ ਗਾਉਂਦੇ ਨੇ, ਕਈਆਂ ਦੀ ਬੋਲੀ ਇਹੋ ਜਿਹੀ ਆ, ਸੁਣਦੇ ਆ ਤੇ ਮਨ ਜਿਹੜਾ ਉਚਾਟ ਹੋ ਜਾਂਦਾ। ਤਾਂ ਤੁਹਾਡੀ ਜਿਹੜੀ ਬੋਲੀ ਆ, ਬਾਣੀ ਆ, ਇਹਨੂੰ ਵੀ ਇੱਕ ਸੰਗੀਤ ਹੀ ਮੰਨੋ। ਇੱਕ ਬੋਲ ਬੋਲੀਏ, ਦੁਸ਼ਮਣ ਮਿੱਤਰ ਬਣ ਜਾਏਗਾ। ਇੱਕ ਬੋਲ ਬੋਲੀਏ, ਜੇ ਸੋਹਣਾ ਬੇਗਾਨਾ ਆਪਣਾ ਹੋ ਜਾਏਗਾ। ਇਹ ਵੀ ਸੰਗੀਤ ਹੀ ਆ। ਤਾਂ ਇਸ ਕਰਕੇ ਤੁਹਾਡੇ ਸੰਗੀਤ ਦੇ ਵਿੱਚ ਮਿਠਾਸ ਹੋਵੇ, ਸੰਗੀਤ ਦੇ ਵਿੱਚ ਪਿਆਰ ਹੋਵੇ, ਤੁਹਾਡੀ ਬਾਣੀ ਦੇ ਵਿੱਚ ਗੁਣ ਹੋਣ, ਜਿਹਨੂੰ ਸੁਣ ਕੇ ਅਗਲੇ ਬੰਦੇ ਨੂੰ ਸਕੂਨ ਮਿਲੇ। ਸੋਰਠ ਤਾਮ ਸੁਹਾਵਣੀ, ਜਾਂ ਹਰ ਨਾਮ ਢੰਡੋਲੇ। ਗੁਰੂ ਸਾਹਿਬ ਕਹਿੰਦੇ ਰਾਗ ਤਾਂ ਬਹੁਤ ਨੇ, ਸਿਰੀ ਰਾਗ ਆ, ਮਾਂ ਜਾ, ਗੌੜੀ ਆ, ਆਸਾ ਵਾ, ਭੈਰੂ ਆ, ਬੜੇ ਰਾਗ ਨੇ, ਜੈਜਾ ਬੰਤੀ ਆ। ਪਰ ਬੰਦਿਆ ਇਹ ਦੇਖ, ਤੂੰ ਇਹਨਾਂ ਰਾਗਾਂ ਰਾਹੀਂ ਕੀ ਗਾਏਂਗਾ? ਰਾਗਾਂ ਰਾਹੀਂ ਕਿਵੇਂ ਪ੍ਰਮਾਤਮਾ ਦੇ ਨਾਲ ਜੁੜੇਂਗਾ? ਰਾਗ ਤਾਂ ਬਹੁਤ ਨੇ। ਸੋਰਠ ਰਾਗ ਸਿੱਖ ਕੇ ਗਲਤ ਚੀਜ਼ਾਂ ਨੂੰ ਵੀ ਗਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਬਗਦਾਦ ਜਾਂਦੇ ਨੇ, ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਨੇ। ਉਹਨਾਂ ਨੇ ਜਦੋਂ ਕੀਰਤਨ ਕੀਤਾ, ਉੱਥੋਂ ਦਾ ਰਾਜਾ ਜਿਹੜਾ ਸੀ, ਉਹ ਕਿਸੇ ਨੂੰ ਗਾਉਣ ਨਹੀਂ ਸੀ ਦਿੰਦਾ ਸੰਗੀਤ। ਉਹਦੇ ਮਨ 'ਚ ਇੱਕ ਵਹਿਮ ਸੀ, ਸੰਗੀਤ ਦੇ ਨਾਲ ਬੰਦੇ ਦਾ ਮਨ ਉਚਾਟ ਹੋ ਜਾਂਦਾ। ਲੱਗਦਾ ਸੀ ਸੰਗੀਤ ਸਿਰਫ ਗਾਉਂਦੇ ਨੇ ਨਚਾਰ ਲੋਕ, ਜਿਹੜੇ ਨੇ ਨੱਚਣ ਵਾਲੇ। ਉਹਦੇ ਮਨ ਦਾ ਇੱਕ ਵਹਿਮ ਸੀ, ਸੰਗੀਤ ਗਾਉਂਦੇ ਨੇ ਬੇਸ਼ਮਾਵਾਂ ਦੇ ਕੋਲ ਜਾਣ ਵਾਲੇ, ਵੈਸ਼ ਗੀਤ ਗਾਉਂਦੇ ਨੇ। ਗੁਰੂ ਨਾਨਕ ਸਾਹਿਬ ਜੀ ਇੱਕ ਬਾਗ ਦੇ ਵਿੱਚ ਬੈਠ ਕੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੁਨ ਮਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਵੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਇਸ ਕਰਕੇ ਉਹਦਾ ਨਾਮ ਸੀ ਦਸਤਗੀਰ, ਜਿਹਨੂੰ ਰਾਜਾ ਮੰਨਦੇ ਸੀ, ਉੱਥੋਂ ਪੀਰਾਂ ਦਾ ਪੀਰ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ, ਤੁਸੀਂ ਸੰਗੀਤ ਕਿਉਂ ਗਾਇਆ? ਸਜ਼ਾ ਮਿਲੇਗੀ। ਸੰਗੀਤ ਕਿਉਂ ਗਾਇਆ? ਇੱਥੇ ਮਨਾਹੀ ਆ ਬਗਦਾਦ ਵਿੱਚ ਸੰਗੀਤ ਗਾਉਣ ਦੀ। ਤੁਸੀਂ ਉੱਚੀ ਉੱਚੀ ਰਬਾਬ ਵਜਾਈ ਆ, ਗੀਤ ਗਾਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਫਕੀਰ ਜੀ ਦੇਖੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਸੰਗੀਤ ਇੱਕ ਬਰਤਨ, ਇੱਕ ਭਾਂਡਾ। ਜ਼ਰੂਰੀ ਤਾਂ ਨਹੀਂ ਕਿ ਬਰਤਨ ਦੇ ਵਿੱਚ ਗਲਤ ਚੀਜ਼ ਪਾ ਕੇ ਹੀ ਖਾਵੇ ਬੰਦਾ, ਸਹੀ ਚੀਜ਼ ਵੀ ਪਾ ਕੇ ਖਾ ਸਕਦਾ। ਸੋਨੇ ਦਾ ਬਰਤਨ ਹੋਵੇ, ਉਹ 'ਚ ਜ਼ਹਿਰ ਵੀ ਪਾਈ ਜਾ ਸਕਦੀ ਆ। ਮਿੱਟੀ ਦਾ ਬਰਤਨ ਹੋਵੇ, ਉਹ 'ਚ ਅੰਮ੍ਰਿਤ ਪਾ ਕੇ ਵੀ ਪੀਤਾ ਜਾ ਸਕਦਾ। ਸੰਗੀਤ ਨਹੀਂ ਮਾੜਾ, ਸੰਗੀਤ ਰਾਹੀਂ ਆਪਾਂ ਕੀ ਗਾਉਂਦੇ ਆ ਉਹ ਦੇਖਣਾ ਪਏਗਾ।
ਅਸੀਂ ਸੰਗੀਤ ਰਾਹੀਂ ਪ੍ਰਭੂ ਦੇ ਗੀਤ ਗਾਏ ਨੇ, ਕੋਈ ਗਲਤ ਚੀਜ਼ ਨਹੀਂ ਗਾਈ, ਉਹਦੀ ਉਸਤਤ ਗਾਈ ਆ। ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਇਸ ਕਰਕੇ ਸੋਰਠ ਗਾਉਂਦੇ ਆ, ਮਲਾਰ ਗਾਉਂਦੇ ਆ। ਤੇ ਜੈਜਾਵੰਤੀ ਰਾਗ ਹੈ, ਬੜੇ ਤਰ੍ਹਾਂ ਦੇ ਰਾਗ ਹਨ। ਮਾਂਝ ਰਾਗ ਆ, ਸਿਰੀ ਰਾਗ ਆ, ਗੌੜੀ ਰਾਗ ਆ, ਗੌੜੀ ਗਵਾਰੇਰੀ ਆ, ਗੌੜੀ ਦੱਖਣੀ ਆ, ਗੌੜੀ ਪੂਰਬੀ ਆ। ਬੜੇ ਤਰ੍ਹਾਂ ਦੇ ਰਾਗ ਨੇ। ਟੋਡੀ ਰਾਗ ਆ। ਪਰ ਇਹਨਾਂ ਰਾਹੀਂ ਅਸੀਂ ਪ੍ਰਭੂ ਦੀ ਉਸਤਤ ਗਾਈ ਆ, ਕੁਝ ਹੋਰ ਨਹੀਂ ਗਾਇਆ। ਤੁਸੀਂ ਵੀ ਗਾ ਸਕਦੇ ਹੋ ਰਾਗਾਂ ਰਾਹੀਂ, ਜ਼ਰੂਰੀ ਨਹੀਂ। ਕਿਉਂਕਿ ਉਹਦਾ ਇੱਕ ਵਹਿਮ ਸੀ, ਜਿਵੇਂ ਕਿਸੇ ਚੀਜ਼ 'ਤੇ ਆਪਾਂ ਬੈਨ ਲਾਉਂਦੇ ਹਾਂ। ਬਗਦਾਦ ਦੇ ਵਿੱਚ ਇਹ ਬੈਨ ਸੀ, ਕੋਈ ਗੀਤ ਨਹੀਂ ਗਾ ਸਕਦਾ। ਉਹਨੂੰ ਲੱਗਦਾ ਸੀ ਕਿ ਸੰਗੀਤ ਰਾਹੀਂ ਗਲਤ ਚੀਜ਼ ਹੀ ਗਾਈ ਜਾ ਸਕਦੀ ਆ। ਢੋਲ ਵਜਾ, ਸ਼ਹਿਨਾਈਆਂ ਵਜਾ, ਉਹ ਚੀਜ਼ਾਂ ਗਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਰਾਹੀਂ ਲੋਕ ਰੱਬ ਤੋਂ ਟੁੱਟ ਜਾਣ। ਤੈਨੇ ਐਲਾਨ ਕਰਤਾ ਸੀ ਕੋਈ ਨਹੀਂ ਗਾ ਸਕਦਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਗਾ ਕੇ ਦੱਸਿਆ ਕਿ ਸੰਗੀਤ, ਸਾਡੇ ਸੰਗੀਤ ਵਿੱਚ ਪ੍ਰਭੂ ਦਾ ਪਿਆਰ ਆ। ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ। ਹੇ ਵਾਹਿਗੁਰੂ, ਜਿਵੇਂ ਜਿਵੇਂ ਤੂੰ ਮੈਥੋਂ ਗਵਾ ਰਿਹਾ, ਤਿਵੇਂ ਤਿਵੇਂ ਮੈਂ ਗਾ ਰਿਹਾ। ਸੋ ਅੱਜ ਦਾ ਜਿਹੜਾ ਕੇਂਦਰੀ ਭਾਵ ਹੈ ਸ਼ਬਦ ਦਾ, ਇਹੀ ਕਿ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਜੇ ਤੁਸੀਂ ਸੋਰਠ ਰਾਗ ਗਾਉਂਦੇ ਹੋ ਜਾਂ ਕੋਈ ਗਾਉਂਦਾ, ਜੇ ਉਹਦੇ ਅੰਦਰ ਸੱਚ ਨਹੀਂ, ਇਹ ਰਾਗ ਦੇ ਵਿੱਚ ਉਹ ਗਾ ਤਾਂ ਰਿਹਾ ਪਰ ਉਹਦਾ ਪ੍ਰਭੂ ਦੇ ਨਾਲ ਪਿਆਰ ਨਹੀਂ, ਤਾਂ ਰਾਗ ਬੇਅਰਥਾ ਹੋ ਜਾਏਗਾ। ਸੋਰਠ ਇੱਕ ਰਾਗਣੀ ਆ, ਇਹ ਬੇਅਰਥੀ ਆ ਜੇ ਇਹਦੇ ਵਿੱਚ ਪਰਮਾਤਮਾ ਦੇ ਗੀਤ ਨਹੀਂ, ਉਹਦੀ ਸਿਫਤ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ ਕਿ ਦੁਨੀਆ ਵਿੱਚ ਇਹੋ ਜਿਹੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਸਿਰਫ ਆਪ ਚੰਗੇ ਨੇ ਤੇ ਉਹਨਾਂ ਦੀਆਂ ਗੱਲਾਂ ਵੀ ਚੰਗੀਆਂ ਨੇ। ਕੁਝ ਐਸੇ ਮਿਲਣਗੇ ਜਿਹੜੇ ਆਪ ਬਿਲਕੁਲ ਨਹੀਂ ਚੰਗੇ, ਉਹਨਾਂ ਦੀਆਂ ਗੱਲਾਂ ਚੰਗੀਆਂ ਨੇ। ਤੇ ਐਸੇ ਵੀ ਮਿਲਣਗੇ ਜਿਹੜੇ ਆਪ ਬਿਲਕੁਲ ਵੀ ਨਹੀਂ ਚੰਗੇ ਤੇ ਨਾ ਹੀ ਉਹਨਾਂ ਦੀਆਂ ਗੱਲਾਂ ਚੰਗੀਆਂ ਨੇ। ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ। ਕਈ ਲੋਕਾਂ ਦੀਆਂ ਸਿਰਫ ਗੱਲਾਂ ਹੀ ਵਧੀਆ ਹੁੰਦੀਆਂ, ਪਰ ਵਰਤਿਆਂ ਪਤਾ ਲੱਗਦਾ ਵੀ ਉਹ ਵਧੀਆ ਨਹੀਂ ਹੈਗੇ। ਕਈ ਲੋਕ ਐਸੇ ਨੇ ਜਿਨ੍ਹਾਂ ਦੀਆਂ ਗੱਲਾਂ ਵੀ ਚੰਗੀਆਂ ਨੇ ਤੇ ਆਪ ਵੀ ਚੰਗੇ ਨੇ। ਕਈ ਐਸੇ ਨੇ ਉਹਨਾਂ ਦੀਆਂ ਗੱਲਾਂ ਵੀ ਨਹੀਂ ਚੰਗੀਆਂ ਤੇ ਆਪ ਵੀ ਨਹੀਂ ਚੰਗੇ। ਸੋ ਤੁਸੀਂ ਉਹ ਬਣਨਾ ਜਿਹੜੇ ਆਪ ਵੀ ਚੰਗੇ ਨੇ, ਜਿਨ੍ਹਾਂ ਦੀਆਂ ਗੱਲਾਂ ਵੀ ਚੰਗੀਆਂ ਨੇ। ਹਰ ਬੰਦੇ ਕੋਲ ਇੱਕ ਰਾਗ ਆ, ਉਹਦੀ ਬਾਣੀ, ਉਹਦਾ ਬੋਲਣਾ ਰਾਗ ਹੀ ਹੁੰਦਾ। ਜੋ ਤੁਸੀਂ ਗਾਉਂਦੇ ਹੋ, ਕਹਿੰਦੇ ਹੋ, ਉਹ ਇੱਕ ਸੰਗੀਤ ਹੀ ਆ। ਜਿਹਨੂੰ ਜ਼ੁਬਾਨ ਦੇ ਦਿੱਤੀ ਮਹਾਰਾਜ ਨੇ, ਉਹਨੂੰ ਸੰਗੀਤ ਹੀ ਆਖਿਆ ਜਾਂਦਾ। ਤਾਂ ਇਹ ਸੰਗੀਤ ਰਾਹੀਂ ਤੁਸੀਂ ਚੰਗਾ ਕਹਿਣਾ, ਉਹ ਨਾ ਕਹਿ ਦੇਣਾ ਜਿਹੜਾ ਅਗਾਂਹ ਵਾਲੇ ਦਾ ਮਨ ਹੀ ਢਾਹ ਦੇਵੇ। ਐਸੀ ਗੱਲ ਨਾ ਕਰ ਦੇਣੀ ਕਿ ਆਪਣੇ ਮੂੰਹ ਰਾਹੀਂ ਤੋਪ ਚਲਾ ਕੇ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਾਹਮਣੇ ਵਾਲੇ ਦਾ ਦਿਲ ਹੀ ਢਾਹ ਦੇਣਾ। ਫਰੀਦ ਸਾਹਿਬ ਜੀ ਜਿਹਨੂੰ ਕਹਿੰਦੇ ਨੇ ਮਸਜਿਦ ਜੇ ਢਹਿ ਜਾਵੇ, ਮੰਦਰ ਜੇ ਢਹਿ ਜਾਵੇ, ਉਹ ਦੁਆਰਾ ਬਣਾਏ ਜਾ ਸਕਦੇ ਨੇ। ਪਰ ਜੇ ਤੋਂ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਪਰ ਜੇ ਤੂੰ ਦਿਲ ਢਾਤਾ ਕਿਸੇ ਦਾ, ਫਿਰ ਬਹੁਤ ਔਖਾ, ਉਹ ਮੁੜ ਨਹੀਂ ਉਸਾਰਿਆ ਜਾ ਸਕਦਾ। ਮੰਨ ਲਓ ਕਹਿੰਦੇ ਮਸੀਤ ਢਹਿ ਗਈ ਆ, ਇੱਟਾਂ ਬਣਾ ਕੇ ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇ, ਈਮਾਨ ਕੀ ਹਰਾਰਤ ਵਾਲੋਂ ਨੇ ਬਣਾਉਣੀ ਸੌਖੀ ਆ। पर मन अपना पुराना पापी है, बरसों से नमाजी बन ना सका। मन ही नमाजी बनता, मस्जिद छेती बन जाती है, गुरुद्वारे बड़ी छेती बन जाते ने, खड़े हो जाते ने, पर मन धार्मिक नहीं होंदा। मंदिर बड़ी छेती बन जाते ने, पर मंदिर दे विच जो भागवत गीता कहती आ, वो बंदे तो हो नहीं पाउंदा। मस्जिद तो बना ली शब भर में, ईमान की हरारत वालों ने, ਜਿਹੜੇ ਕਹਿੰਦੇ ਸੀ ਅਸੀਂ ਧਾਰਮਿਕ ਹਾਂ, ਸਕਿੰਟ ਦੇ ਵਿੱਚ ਮਸਜਿਦ ਖੜੀ ਕਰਤੀ। ਪਰ ਜਦੋਂ ਗੱਲ ਆਈ ਧਾਰਮਿਕ ਹੋਣ ਦੀ, ਉਦੋਂ ਕਹਿੰਦੇ ਮਨ ਆਪਣਾ ਪੁਰਾਣਾ ਪਾਪੀ ਹੈ,
बरसों से नमाजी बन ना सका। कहते बड़ा औखा है। इस करके धार्मिक स्थान बहुत ने, धार्मिक कोई कोई आ। कहते ने गुरु अवतार लैके आउंदे ने, पर बंदे दी मुक्ति नहीं हो रही। कारण बंदे दी जगियासा ही नहीं कोई। साचा सतगुर क्या करे जो सिखा मैं चूक। बंदे दी एक जगियासा होनी चाहिए आ। बंदा आपदे अनुभव तो सिखेगा, जदों भी सिखेगा बंदा आपदे तजर्बे तो सिखेगा। गुरु इहनूं बहुत समझाउंदा। कबीर साहब जी कहंदे बहुत बहुत, पर की करूगा गुरु जे सिख ही ना सुनूंगा। साचा सतगुर क्या करे जो सिखा मैं चूक। कहंदे बच्चियां दा की आ, पैरां दे विच पुठियां चप्पलां पा के तुर पैंदे ने। कवि कहंदा है एक, बच्चियां दा की आ, पैरां दे विच पुठियां चप्पलां पा के तुर पैंदे ने। एक वारी नहीं बहुत वारी, पर उन्हां दे मन विच सब कुछ सिद्धा हुंदा। साडा की आ, कहंदा साडीआं चप्पलां हमेशा ही सिद्धियां हुंदियां ने, पर साडे मन दे विच बहुत कुछ पुट्ठा सिद्धा हुंदा। बच्चियां दा की आ, पुठियां चप्पलां पा के तुर पैणगे ते तुर पैंदे ने, पर मन तां सिद्धा हुंदा। साडा की आ, साडीआं चप्पलां सिद्धियां ने, पर मन दे विच चलत कत टेढ़े टेढ़े टेढ़े। 3 वारी बाणी 'च लिखिया है मन टेढ़ा है। तां करके गुरु साहब जी सानू कहंदे ने, गुरसिख प्यारिओ बच्चियां दा की आ। सवेरे इन्हां दे तुसीं थप्पड़ लाओ, रात नूं हिक दे नाल ला के सौ जांदे ने। बंदे दे गल विच 100 तरह दे गिले ने। बंदे दे दिमाग दे विच 100 तरह दीयां गल्लां ने जिहड़ियां भुलदा ही नहीं। जे तुसीं सुखी वसना चाहुंदे हो तां बहुतियां गल्लां ऐसियां ने जिन्हां नूं भुलाउणा बिहतर आ तुहाडे सरीर वास्ते, तुहाडे मन वास्ते। बच्चियां दा की आ, पुठियां चप्पलां पा के तुर पैंदे ने। गल बड़ी प्यारी आ, मैं तां बार-बार दोहरा रिहा। मन सिद्धा है। साडा की आ, साडीआं पाईआं चप्पलां सिद्धियां ने, मन च बड़ा कुछ टेढ़ा है। इस करके ना गुरु तां वारी वारी कही जाना। गुरु ने गुरु नानक साहब जी आए, गुरु अंगद देव जी बन गए, गुरु अमरदास, गुरु रामदास। वारी वारी उन्हां नूं इन्नी लोड़ क्यों पई आ बंदे नूं समझाउण लई। फिर वो सारे स्वरूप गुरु ग्रंथ साहिब जी बन गए। फिर वो शब्द राहीं सानूं समझाउण लग गए। पर कहंदे बंदे दी जिन्ना समा जगियासा नहीं ना भोरा भी, तां ओह नहीं सिख सकदा। थोड़ी बहुती जगियासा बंदे दी होनी चाहिदी है। मैं सिखना चाहुंदा। कबीर साहब जी कहंदे चंदन कै निकटे वसै, बांस सुगंध न होए। चंदन दा बूटा की करूगा जे बांस ही नहीं उहदा प्रभाव लैना चाहुंदा। साचा सतगुर क्या करे जो सिखा मैं चूक, अंधे लोग न जाने जो बांस बजाइए फूक। सो गुरसिख प्यारिओ यही गल्लां ने ਜਿਹੜੀਆਂ ਸਾਨੂੰ गुरु वाला बनाउण दे विच सहायता करदियां ने, मदद करदियां ने। गुरु सानू बड़ा कुछ कहंदा है, पर असीं ਉਹ ना ਮੰਨਦੇ नहीं। ਪਹਿਲਾਂ ਉਹ ਦੇਖਦੇ ਹਾਂ ਵੀ ਇਹ ਗਲਤ ਆ, ਫਿਰ ਪਤਾ ਲੱਗਦਾ ਵੀ ਵਾਕਈ ਗੁਰੂ ਸਹੀ ਸੀ, ਮੈਂ ਗਲਤ ਸੀ। ਇੱਕ ਅੰਗਰੇਜ਼ਾਂ ਦੀ ਬੁੱਕ ਹੈ ਤੇ ਉਹਦੇ ਵਿੱਚ ਬਹੁਤ ਸੋਹਣੀ ਕਹਾਣੀ ਇੱਕ ਲਿਖੀ ਆ, ਬੜੀ ਪਿਆਰੀ ਲੱਗੀ ਮੈਨੂੰ, ਉਹਦੇ ਨਾਲ ਸਮਝ ਆਊਗੀ। ਤੇ ਨਾ ਇੱਕ ਰੋਡ ਸੀ ਤੇ ਉਹ ਅੱਗੋਂ ਬੰਦ ਸੀਗਾ, ਜਿਸ ਕਰਕੇ ਉਹਦੇ ਉੱਪਰ ਤਖਤੀ ਲਾ ਦਿੱਤੀ ਵੀ ਇਹ ਰਸਤਾ ਬੰਦ ਆ। ਜਿਹੜੇ ਵਰਕਰ ਸੀ ਸੜਕ ਵਾਲੇ ਕਰਮਚਾਰੀ, ਕੁਝ ਨੌਜਵਾਨ ਕਾਰ ਤੇ ਆਏ, ਉਹਨਾਂ ਆ ਕੇ ਦੇਖਿਆ ਵੀ ਇੱਥੇ ਲਿਖਿਆ ਰਸਤਾ ਬੰਦ ਆ। ਤੇ ਉਹਨਾਂ ਆਖਿਆ ਵੀ ਚੱਲ ਕੋਈ ਗੱਲ ਨਹੀਂ, ਟਾਇਰਾਂ ਦੇ ਨਿਸ਼ਾਨ ਦੇਖ ਲਏ ਇੱਕ ਗੱਡੀ ਦੇ, ਜਿਹੜੀ ਗੱਡੀ ਲੰਘ ਗਈ ਹੋਣੀ ਕਿਤੇ, ਉਹ ਵੀ ਪਹਿਲਾਂ ਵਾਪਸ ਮੁੜੇ ਹੋਣੇ। ਕਹਿੰਦੇ ਨਹੀਂ, ਇਹ ਤਾਂ ਵੈਸੇ ਹੀ ਲਿਖਿਆ ਇਹਨਾਂ ਨੇ। ਕਹਿੰਦੇ ਗੱਡੀ ਦੇ ਨਿਸ਼ਾਨ ਨੇ, ਚਲੋ ਆਪਾਂ ਚੱਲਦੇ ਹੀ ਹਾਂ। ਸਵਾਰ ਹੋ ਗਏ, ਅੱਗੇ ਗਏ ਤੇ ਅੱਗੋਂ ਬਿਲਕੁਲ ਜੰਗਲੀ ਰਸਤਾ, ਖੁਦ ਕਿਤੋਂ ਲੰਘਣ ਨੂੰ ਨਹੀਂ ਹੈਗਾ, ਤੇ ਵਾਪਸ ਮੁੜੇ। ਜਦੋਂ ਵਾਪਸ ਮੁੜੇ ਤਾਂ ਉਹ ਤਖਤੀ ਜਿਹੜੀ ਲੱਗੀ ਸੀ ਉਹਦੇ ਦੂਜੇ ਪਾਸੇ ਲਿਖਿਆ ਸੀ, ਇੱਧਰੋਂ ਆ ਰਹੇ ਸੀ। ਕਹਿੰਦੇ ਹੁਣ ਯਕੀਨ ਹੋ ਗਿਆ ਕਿ ਵਾਕਈ ਬੰਦ ਆ।
ਇੱਕ ਪਾਸੇ ਲਿਖਿਆ ਸੀ ਇਹ ਰਸਤਾ ਬੰਦ ਹੈ ਇੱਧਰ ਨਾ ਜਾਓ, ਪਰ ਚਲੇ ਗਏ ਜਦੋਂ ਮੁੜੇ ਨੇ ਤੇ ਦੂਜੇ ਪਾਸੇ ਲਿਖਿਆ ਹੋਇਆ ਵੀ ਹੁਣ ਯਕੀਨ ਆ ਗਿਆ ਤੁਹਾਨੂੰ ਕਿ ਵਾਕਈ ਬੰਦਾ ਗੁਰੂ ਕਈ ਵਾਰੀ ਇਹ ਚੀਜ਼ਾਂ ਗੁਰੂ ਦੱਸਦਾ ਵੀ ਇਹ ਚੀਜ਼ਾਂ ਮਾੜੀਆਂ ਨੇ, ਬੰਦਾ ਉਹ ਪਹਿਲਾਂ ਕਰਦਾ ਫੇਰ ਮੁੜਦਾ, ਕਹਿੰਦਾ ਵਾਕਈ ਇਹ ਚੀਜ਼ ਗਲਤ ਆ। ਇਸ ਕਰਕੇ ਗੁਰੂ ਨੂੰ ਬਹੁਤ ਬੰਦੇ ਘੱਟ ਸੁਣਦੇ ਨੇ, ਗੁਰੂ ਨੂੰ ਬਹੁਤ ਘੱਟ ਲੋਕ ਮੰਨਦੇ ਨੇ। ਗੁਰਦੁਆਰੇ ਬਹੁਤ ਨੇ ਪਰ ਧਾਰਮਿਕ ਲੋਕ ਥੋੜ੍ਹੇ ਹੀ ਆ, ਮਸਜਿਦਾਂ ਬਹੁਤ ਨੇ ਨਮਾਜ਼ੀ ਥੋੜ੍ਹੇ ਨੇ, ਭਾਗਵਤ ਗੀਤਾ ਦਾ ਪਾਠ ਕਰਨ ਵਾਲੇ ਬਹੁਤ ਨੇ ਮੰਨਣ ਵਾਲੇ ਥੋੜ੍ਹੇ ਨੇ। ਸੋ ਗੁਰਸਿੱਖ ਪਿਆਰਿਓ, ਬੰਦਾ ਚਾਹੁੰਦਾ ਵੀ ਮੈਂ ਆਪਦੇ ਤਜਰਬੇ ਤੋਂ ਸਿੱਖਾਂ, ਅਨੁਭਵਾਂ ਤੋਂ ਸਿੱਖਾਂ। ਗੁਰੂ ਜੋ ਕਹਿੰਦਾ ਉਹਨੂੰ ਮੰਨਦਾ ਨਹੀਂ, ਜਦੋਂ ਇਹਦੇ ਨਾਲ ਹੁੰਦੀ ਆ ਉਦੋਂ ਇਹ ਕਹਿੰਦਾ ਵੀ ਹਾਂ ਵਾਕਈ ਇੱਦਾਂ ਸੀ। ਜਿਵੇਂ ਉਹ ਨੌਜਵਾਨ ਸਨ, ਲਿਖਿਆ ਸੀ ਇੱਧਰ ਨਾ ਜਾਓ ਰਸਤਾ ਬੰਦ ਆ, ਮੰਨੇ ਨਹੀਂ ਗਏ, ਫਿਰ ਇੰਨੀ ਵਾਟ ਦੇਖ ਕੇ ਜੰਗਲ ਵੇਖ ਕੇ ਮੁੜੇ ਤੇ ਵਾਪਸ ਮੁੜਦਿਆਂ ਨੂੰ ਲਿਖਿਆ ਦੂਜੇ ਪਾਸੇ ਹੁਣ ਯਕੀਨ ਹੋ ਗਿਆ ਵਾਕਈ ਬੰਦ ਆ, ਪਹਿਲਾਂ ਵਿਸ਼ਵਾਸ ਨਹੀਂ ਸੀ। ਸੋ ਇੱਦਾਂ ਹੀ ਅਸੀਂ ਗੁਰੂ ਨਾਲ ਕਰ ਰਹੇ ਹਾਂ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਜੀ ਦੀ ਜਿਹੜੀ ਸ਼ਾਨ ਹੈ ਨਾ ਬਹੁਤ ਉੱਚੀ ਹੈ, ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ, ਅਦਬ ਤੇ ਸਤਿਕਾਰ ਸਹਿਤ ਉਸ ਪਾਕ ਪਰਵਿਦਗਾਰ ਜੀ ਨੂੰ, ਵਾਹਿਗੁਰੂ ਜੀ ਨੂੰ ਚੇਤੇ ਕਰੀਏ ਤੇ ਆਪਦੀ ਰਸਨਾ ਰਾਹੀਂ ਉਹਨੂੰ ਗਾ ਕੇ ਆਪਦੇ ਮਨ ਨੂੰ ਸਕੂਨ ਦਈਏ, ਸ਼ਾਂਤੀ ਦਈਏ। देहो सज्जने सीसड़ियाँ जो होवे साहिब स्यों मेल। वाहिगुरु